ਜਿਹੜਾ ਵੈਦਿਆ ਦਾ ਉਸ ਵੇਲੇ ਸਿੰਘਾਂ ਨੇ ਸੋਧਾ ਲਾਇਆ, ਉਹ ਸਿੱਖ ਇਤਿਹਾਸ ਦੀਆਂ ਉਹਨਾਂ ਪਰੰਪਰਾਵਾਂ ਦੀ ਤਰਜਮਾਨੀ ਕਰਦਾ ਹੈ ਜਿਹੜੀਆਂ ਪਰੰਪਰਾਵਾਂ ਸਿੱਖਾਂ ਨੇ 18ਵੀਂ ਸਦੀ ਦੇ ਵਿੱਚ ਸਿਰਜੀਆਂ ਨੇ। ਮਹਿਜ਼ ਇਸ ਗੱਲ ਨੂੰ ਇੱਕ ਛੋਟੇ ਜਿਹੇ ਨਜ਼ਰੀਏ ਦੇ ਵਿੱਚ ਨਾ ਵੇਖੀਏ, ਕਿਉਂਕਿ ਜਿੱਥੇ ਕੁਛ ਹਰ ਧਰਮ ਦੇ ਵਿੱਚ ਜਿਹੜੀ ਸਾਡੀ ਜੰਗ ਹੈ ਨਾ, ਉਹ ਜ਼ੁਲਮੀ ਵਿਚਾਰਧਾਰਾ ਦੇ ਨਾਲ ਹੈ, ਕਿਸੇ ਧਰਮ ਦੇ ਨਾਲ ਸਾਡੀ ਜੰਗ ਨਹੀਂ। ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਿਹਾ ਕਿ ਸਾਡੀ ਜੰਗ ਉਸ ਵਿਚਾਰਧਾਰਾ ਦੇ ਨਾਲ ਹੈ ਜਿਹੜੀ ਦਲਿਤਾਂ ਨੂੰ ਦਬਾਉਣਾ ਚਾਹੁੰਦੀ ਹੈ, ਤੇ ਸਾਡੀ ਉਹ ਵਿਚਾਰਧਾਰਾ ਹੈ ਜਿਹੜੀ ਦਲਿਤਾਂ ਨੂੰ ਤਾਜ ਦੇਣਾ ਚਾਹੁੰਦੀ ਹੈ। ਸੋ ਇਹ ਵਿਚਾਰਧਾਰਾ ਦੀ ਜੰਗ ਹੈ। ਉਸ ਵਿਚਾਰਧਾਰਾ ਦੀ ਜੰਗ ਦੇ ਵਿੱਚ ਹਰ ਧਰਮ ਦੇ ਵਿੱਚ ਕੁਝ ਚੰਗੇ ਲੋਕ ਵੀ ਹੁੰਦੇ ਨੇ। ਮਿਸਾਲ ਦੇ ਤੌਰ ਤੇ ਲੈਫਟੀਨੈਂਟ ਜਨਰਲ ਸਿਨਹਾ, ਇੰਦਰਾ ਗਾਂਧੀ ਵੱਲੋਂ ਜਦੋਂ ਚਕਰਾਤਾ ਦੇ ਸਥਾਨ ਤੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਢਾਉਣ ਦੀ ਪਲੈਨਿੰਗ ਕੀਤੀ ਗਈ, ਤੇ ਸਪੈਸ਼ਲ ਫਰੰਟੀਅਰ ਸਕੁਐਡ, ਮਾਫ ਕਰਨਾ, ਅੱਜ ਕੱਲ੍ਹ ਕਈ ਕਿਤਾਬਾਂ ਇਵੇਂ ਦੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਹੈ। ਤੇ ਦੁੱਖ ਇਸ ਗੱਲ ਦਾ ਹੈ ਕਿ ਸਾਡੇ ਪ੍ਰਚਾਰਕ ਵੀਰ ਉਹਨਾਂ ਕਿਤਾਬਾਂ ਨੂੰ ਹੀ ਆਧਾਰ ਬਣਾ ਕੇ ਸਟੇਜ ਦੇ ਉੱਪਰ ਲੈਕਚਰ ਕਰੀ ਜਾ ਰਹੇ ਨੇ, ਤੇ ਜਿਉਂ-ਜਿਉਂ ਉਹ ਲੈਕਚਰ ਸਾਡੇ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਸਾਡੀ ਮਾਨਸਿਕਤਾ ਤੱਕ ਆ ਰਹੇ ਨੇ, ਉਹ ਸਮੇਂ ਦਾ ਇਤਿਹਾਸ ਬਣਦੇ ਜਾ ਰਹੇ ਨੇ। ਮੈਂ FSS ਦੀ ਗੱਲ ਕੀਤੀ ਸੀ, ਸਪੈਸ਼ਲ ਫਰੰਟੀਅਰ ਸਕੁਐਡ। ਉਹ ਮੈਂ ਗੱਲ ਇਸ ਕਰਕੇ ਕੀਤੀ ਕਿ ਜਨਰਲ ਬਰਾੜ ਜਿਸ ਤੇ ਹਮਲਾ ਹੋਇਆ ਇੰਗਲੈਂਡ ਦੇ ਵਿੱਚ ਨਾਟਕੀ ਜਿਹੇ ਢੰਗ ਦੇ ਨਾਲ, ਉਹਨੇ ਇੱਕ ਕਿਤਾਬ ਲਿਖੀ ਸਾਕਾ ਨੀਲਾ ਤਾਰਾ, 70 ਰੁਪਏ ਦੀ ਕਿਤਾਬ ਸੀ। ਉਹਨੂੰ ਇਸ ਤਰ੍ਹਾਂ ਦੇ ਨਾਲ ਪ੍ਰੈਜ਼ੈਂਟ ਕੀਤਾ ਗਿਆ ਕਿ ਸਾਡੇ ਨੌਜਵਾਨਾਂ ਨੇ 400 ਰੁਪਏ ਦੀ ਕਿਤਾਬ ਉਹ ਖਰੀਦੀ ਹੈ, ਔਰ ਬਿਲਕੁਲ ਮਿਸ ਇਨਫੋਰਮੇਸ਼ਨ। ਉਹ ਕਿਸੇ ਜਰਨੈਲ ਦੀ ਨਹੀਂ, ਕਿਸੇ ਸਿਪਾਹੀ ਦੀ ਲਿਖੀ ਕਿਤਾਬ ਵੀ ਨਹੀਂ ਹੈ। ਉਸ ਕਿਤਾਬ ਨੂੰ ਧਿਆਨ ਨਾਲ ਪੜ੍ਹੋ ਤੇ ਸਹੀ। ਅਸੀਂ ਉਸ ਕਿਤਾਬ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ ਹੈ। ਅਸੀਂ ਵੇਖਿਆ ਹੀ ਨਹੀਂ ਕਿ ਇਹ ਕਿਤਾਬ ਜਿਹੜੀ ਹੈ ਸਾਡੇ ਜੂਨ 84 ਦੇ ਇਤਿਹਾਸ ਨੂੰ ਖਤਮ ਕਰ ਰਹੀ ਹੈ। ਉਹਦੇ ਵਿੱਚੋਂ ਲਿਖਦਾ ਹੈ ਕਿ ਜਦੋਂ ਫੌਜ ਅੰਦਰ ਜਾਣ ਦੇ ਵਿੱਚ ਅਸਮਰੱਥ ਰਹੀ ਤਾਂ ਉਸ ਵੇਲੇ ਅਸੀਂ NSG ਨੂੰ ਅੰਦਰ ਭੇਜਿਆ। ਜੇ ਸੱਚਮੁੱਚ ਕਿਸੇ ਜਰਨੈਲ ਦੀ ਲਿਖਤ ਹੋਵੇ ਤੇ ਉਹਨੂੰ ਪੁੱਛਿਆ ਜਾਵੇ ਕਿ ਜੂਨ 84 ਦੇ ਵਿੱਚ ਤਾਂ ਨੈਸ਼ਨਲ ਸਿਕਿਉਰਿਟੀ ਗਾਰਡ ਬਣੀ ਨਹੀਂ ਸੀ, ਤੇ 1986 ਚ ਬਣਦੀ NSG। ਉਦੋਂ ਤਾਂ NSG ਹੈ ਹੀ ਨਹੀਂ ਸੀ। ਹਰਿਮੰਦਰ ਸਾਹਿਬ ਦੇ ਟੈਕਸ ਤੁਸੀਂ ਕਿਹੜੀ NSG ਵਰਤ ਲਈ? ਉਸ ਤੋਂ ਬਾਅਦ ਕਹਿੰਦਾ ਕਿ ਸਾਡੇ ਕੁਝ ਸਿਪਾਹੀ ਜਿਹੜੇ ਸੀ ਹੌਵਿਟਜ਼ਰ ਗਨ ਅੰਦਰ ਲੈ ਕੇ ਗਏ। ਦੂਜਾ ਸਵਾਲ ਪੈਦਾ ਹੁੰਦਾ ਹੈ ਕਿ ਹਾਲੈਂਡ ਦੀ ਬਣੀ 3.6 ਹੌਵਿਟਜ਼ਰ ਗਨ ਜਿਹੜੀ ਬੋਫਰਸ ਤੋਪ ਜਿੱਡੀ ਹੈ, ਜਿਹਨੂੰ 210 ਹਾਰਸ ਪਾਵਰ ਦੀ ਗੱਡੀ ਖਿੱਚਦੀ ਹੈ, ਉਹਨੂੰ ਬੰਦਾ ਚੁੱਕ ਕੇ ਅੰਦਰ ਕਿਵੇਂ ਲੱਗ ਗਿਆ? ਤੀਜੀ ਗੱਲ ਕਿ RDX ਦੇ ਨਾਲ ਖਾੜਕੂਆਂ ਨੇ ਸਾਡੀਆਂ 62 ਗੱਡੀਆਂ ਜਿਹੜੀਆਂ ਅਸੀਂ ਉਹ ਸਰੋਵਰ 'ਚ ਸੁੱਟ ਦਿੱਤੀਆਂ। ਜੂਨ 84 ਦੇ ਵਿੱਚ ਤਾਂ RDX ਵਰਤਿਆ ਹੀ ਨਹੀਂ ਗਿਆ, ਤੇ 62 ਗੱਡੀਆਂ ਜੇਕਰ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਸੁੱਟੀਆਂ ਹੋਣ ਤੇ ਕਿਤੇ ਪਾਣੀ ਦੀ ਜਗ੍ਹਾ ਰਹਿ ਜਾਂਦੀ ਹੈ। ਸੋ ਇੰਨੀ ਮਿਸ ਇਨਫੋਰਮੇਸ਼ਨ ਜਿਹੜੀ ਅਸੀਂ ਬਿਆਨ ਕਰ ਦਿੱਤੀ, ਉਹਨੇ ਸਾਡੇ ਇਤਿਹਾਸ ਨੂੰ ਧੁੰਦਲਾ ਕਰ ਦਿੱਤਾ ਹੈ। ਉਸ ਵੇਲੇ ਜਦੋਂ ਚਕਰਾਤਾ ਦੇ ਸਥਾਨ ਦੇ ਉੱਪਰ ਟ੍ਰੇਨਿੰਗ ਲਈ ਜਾ ਰਹੀ ਹੈ ਕਿ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇ, ਉਸ ਹਮਲੇ ਦੇ ਦੌਰਾਨ ਲੈਫਟੀਨੈਂਟ ਜਨਰਲ ਸਿਨਹਾ ਨੂੰ ਚੁਣਿਆ ਜਾਂਦਾ, ਪਰ ਸਿਨਹਾ ਨੇ ਕਿਹਾ ਨਹੀਂ, ਆਪਣੇ ਦੇਸ਼ ਦੇ ਅੰਦਰ ਜੇ ਇਵੇਂ ਦੀ ਅਰਾਜਕਤਾ ਹੈ, ਕੋਈ ਆਪਣੇ ਹੱਕਾਂ ਤੋਂ ਦੁਖੀ ਹੈ, ਤਾਂ ਕਿਸੇ ਦੇ ਧਰਮ ਸਥਾਨ ਤੇ ਹਮਲਾ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਵੇਖਿਆ ਹੋਵੇਗਾ ਬਾਅਦ ਦੇ ਵਾਪਰੇ ਇਤਿਹਾਸ ਦੇ ਵਿੱਚ ਮਾਓਵਾਦੀਆਂ ਦੇ ਉੱਪਰ ਫੌਜੀ ਕਾਰਵਾਈ ਦੀ ਗੱਲ ਹੋਈ ਤਾਂ ਫੌਜਾਂ ਨੇ ਇਨਕਾਰ ਕਰਤਾ, ਜਰਨੈਲਾਂ ਨੇ, ਨਹੀਂ, ਆਪਣੇ ਦੇਸ਼ ਦੇ ਬਸ਼ਿੰਦਿਆਂ ਦੇ ਉੱਪਰ ਫੌਜੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪਰ ਸਿੱਖਾਂ ਵਾਰੀ ਨਹੀਂ ਕਿਸੇ ਨੇ ਇਹ ਗੱਲ ਕਹੀ ਕਿ ਇਸ ਦੇਸ਼ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ 80% ਤੋਂ ਵੱਧ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਉਹਨਾਂ ਦੇ ਧਰਮ ਸਥਾਨ ਦੇ ਉੱਪਰ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਕੇਵਲ ਇੱਕ ਹਿੰਦੂ ਜਰਨੈਲ ਮਿਸਟਰ ਸਿਨਹਾ, ਜਿਹਨੇ ਕਿਹਾ ਨਹੀਂ, ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਨਹੀਂ ਕੀਤਾ ਜਾ ਸਕਦਾ, ਉਸ ਨੂੰ ਜਬਰੀ ਰਿਟਾਇਰ ਕਰ ਦਿੱਤਾ। ਜਦੋਂ ਜਬਰੀ ਰਿਟਾਇਰ ਹੋਣ ਤੋਂ ਬਾਅਦ ਉਸਨੇ ਭਾਰਤੀ ਫੌਜ ਦਾ ਨੁਕਸਾਨ ਹੋਇਆ ਵੇਖਿਆ ਨਾ, ਤਾਂ ਉਹਨੇ ਇੱਕ ਆਰਟੀਕਲ ਲਿਖਿਆ ਸੀ ਪਾਇਨੀਅਰ ਅਖਬਾਰ ਦੇ ਵਿੱਚ, ਕਹਿੰਦਾ ਸਿੱਖਾਂ ਨੇ ਜੋ ਕੀਤਾ ਠੀਕ ਕੀਤਾ। ਕਹਿੰਦਾ ਕੋਈ ਵੀ ਕਿਸੇ ਦੇ ਧਰਮ ਸਥਾਨ ਦੇ ਉੱਪਰ ਹਮਲਾਵਰ ਹੋ ਕੇ ਆਵੇਗਾ ਤਾਂ ਉਹਨਾਂ ਨੂੰ ਉਹੀ ਕੁਝ ਕਰਨਾ ਚਾਹੀਦਾ ਜੋ ਕੋਈ ਸਿੱਖ ਕੌਮ ਨੇ ਕੀਤਾ। ਇਹ ਮਿਸਟਰ ਸਿਨਹਾ ਨੇ ਲਿਖਿਆ। ਸੋ ਸਾਨੂੰ ਇਹੋ ਜਿਹੇ ਹਿੰਦੂ ਵੀਰਾਂ ਦਾ ਸਿਹਰਤਾ ਦੇ ਨਾਲ ਸਤਿਕਾਰ ਵੀ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਉਸ ਸਮੇਂ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਤੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ, ਨਹੀਂ ਤੇ ਉਹ ਵੀ ਫੌਜ ਦਾ ਜਨਰਲ ਬਣ ਸਕਦਾ ਜੀ, ਜਿਸ ਤਰ੍ਹਾਂ ਵੈਦਿਆ। ਹੁਣ ਵੈਦਿਆ ਨੂੰ ਜਦੋਂ ਕਤਲ ਕੀਤਾ ਜਾਂਦਾ ਹੈ, ਉਸ ਸਮੇਂ ਸਿੱਖ ਕੌਮ ਦੀ ਕਿਹੜੀ ਭਾਵਨਾ ਵਾ ਜਿਹੜੀ ਉਜਾਗਰ ਹੋ ਰਹੀ ਹੈ? ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਬੇਅੰਤ ਸਿੰਘ ਸ਼ਹਾਦਤ ਪ੍ਰਾਪਤ ਕਰਦਾ ਹੈ, ਉਹਦੇ ਪਿੱਛੇ ਇੱਕ ਭਾਵਨਾ ਹੈ ਸਿੱਖ ਕੌਮ ਦੀ ਲੱਥੀ ਹੋਈ ਦਸਤਾਰ ਨੂੰ ਕੌਮ ਦੇ ਸਿਰ ਤੇ ਰੱਖਣਾ ਹੈ। ਕਿਉਂਕਿ ਇੱਕ ਵਿਲੱਖਣਤਾ ਹੈ ਨਾ ਸਾਡੀ ਤੇ ਬਾਕੀ ਕੌਮਾਂ ਦੀ ਦਸਤਾਰ ਦੇ ਵਿੱਚ। ਦਸਤਾਰ ਨੂੰ ਅਸੀਂ ਤਾਜ ਦੇ ਨਾਲ ਜੋੜ ਕੇ ਵੇਖਦੇ ਹਾਂ। ਜਦੋਂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖਤ ਸਾਹਿਬ ਦੇ ਉੱਪਰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਨਾ, ਤੇ ਸੁਰਸਿੰਘ ਪਿੰਡ ਤੋਂ ਆਏ ਢਾਡੀ ਨੱਥਮਲ ਤੇ ਅਬਦੁੱਲਾ ਇੱਕ ਵਾਰ ਪੜ੍ਹਦੇ ਨੇ, ਉਹ ਕਹਿੰਦੇ ਨੇ ਕਿ 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿ ਪਾਤਸ਼ਾਹ ਤੇਰੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਨੀਵੀਂ ਹੈ, ਤੇਰੀ ਦਸਤਾਰ ਦੇ ਅੱਗੇ ਜਹਾਂਗੀਰ ਦੀ ਦਸਤਾਰ ਦੀ ਕੋਈ ਅਹਿਮੀਅਤ ਨਹੀਂ। ਹੁਣ ਜੇ ਸੋਚੀਏ ਕਿ ਜਹਾਂਗੀਰ ਦੀ ਦਸਤਾਰ ਦਾ ਕੱਪੜਾ ਥੋੜਾ ਮਾੜਾ ਹੋਵੇਗਾ, ਜਾਂ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ, ਉਹਦੀ ਪੱਗ ਦੇ ਵਿੱਚ ਹੀਰੇ ਮੋਤੀ ਜਾਂ ਜੌਹਰ ਨਹੀਂ ਜੜੇ ਹੋਣਗੇ। ਗੱਲ ਇਹ ਹੈ ਕਿ ਗੁਰੂ ਦੀ ਦਸਤਾਰ ਦੇ ਪਿੱਛੇ ਕਿਰਦਾਰ ਖੜਾ ਹੈ,
ਤੇ ਜਹਾਂਗੀਰ ਦੀ ਦਸਤਾਰ ਦੇ ਪਿੱਛੇ ਕਿਰਦਾਰ ਕਸ਼ੀ ਖੜੀ ਹੈ। ਉੱਥੇ ਆਚਰਣ ਨਹੀਂ ਹੈ, ਇਸ ਦਸਤਾਰ ਦੇ ਪਿੱਛੇ ਆਚਰਣ ਹੈ। ਹੁਣ ਉਸ ਦਸਤਾਰ ਨੂੰ ਬੇਅੰਤ ਸਿੰਘ ਕੌਮ ਦੇ ਸਿਰ ਤੇ ਰੱਖਦੇ ਨੇ ਤੇ ਉਸ ਦਸਤਾਰ ਦੇ ਪਿੱਛੇ ਸਿੱਖ ਕੌਮ ਦਾ ਕਿਰਦਾਰ ਕਿਵੇਂ ਦਾ ਹੈ ਉਹ ਜਨਰਲ ਵੈਦਿਆ ਨੂੰ ਸੋਧਾ ਲਾਉਣ ਸਮੇਂ ਭਾਈ ਸੁੱਖਾ ਤੇ ਭਾਈ ਜਿੰਦਾ ਦਰਸਾਉਂਦੇ ਨੇ। ਕਿਰਦਾਰ ਕਿਵੇਂ ਦਾ ਹੈ? ਜਨਰਲ ਵੈਦਿਆ ਨਿਸ਼ਾਨਾ ਹੈ, ਬਦਲਾ ਨਹੀਂ ਲੈਣਾ, ਕਰਨੀ ਦਾ ਫਲ ਚੁਕਾਉਣਾ ਹੈ। ਜਦੋਂ ਉਸ ਨੂੰ ਸੋਧਾ ਲਾਉਣ ਲੱਗਦੇ ਨੇ, ਉਸ ਦੀ ਪਤਨੀ ਭਾਨੂਮਤੀ ਵੈਦਿਆ ਉਹਦੇ ਉੱਪਰ ਆ ਡਿੱਗਦੀ ਹੈ। ਹੁਣ ਇੱਕ ਸਮੱਸਿਆ ਹੈ ਸਾਹਮਣੇ। ਭਾਨੂਮਤੀ ਸਾਡੀ ਦੋਸ਼ੀ ਨਹੀਂ, ਉਹਦਾ ਕੋਈ ਦੋਸ਼ ਨਹੀਂ, ਜਰਨੈਲ ਦੀ ਪਤਨੀ ਜ਼ਰੂਰ ਹੈ, ਪਰ ਜੇਕਰ ਉਹਨੂੰ ਕਤਲ ਕਰ ਦਿੱਤਾ ਜਾਂਦਾ ਤੇ ਸਾਡੀ ਬਦਲਾ ਲੈਣ ਦੀ ਪ੍ਰਕਿਰਿਆ ਦੇ ਵਿੱਚ ਸਾਡੀ ਕੌਮੀਅਤ ਦੇ ਮੱਥੇ ਤੇ ਇੱਕ ਕਲੰਕ ਲੱਗ ਜਾਂਦਾ ਹੈ। ਉਹ ਕਲੰਕ ਜਿਹੜਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਨਾ ਕਿ ਜਿਸ ਗੁਰੂ ਕੋਲ ਖੰਡੇ ਬਾਟੇ ਦੀ ਪਾਹੁਲ ਲਈ ਹੈ, ਅਸੀਂ ਮਜ਼ਲੂਮ ਤੇ ਮਸਲੂਮ ਤੇ ਨਿਹੱਥੇ ਤੇ ਵਾਰ ਨਹੀਂ ਕਰਦੇ, ਬੀਬੀ ਤੇ ਵਾਰ ਨਹੀਂ ਕਰਨਾ ਸਾਡਾ ਧਾਰਮਿਕ ਅਖਲਾਕ ਸੀ। ਜੇਕਰ ਦੋਸ਼ੀ ਹੁੰਦੀ ਇੰਦਰਾ ਗਾਂਧੀ ਦੇ ਵਾਂਗੂ, ਫਿਰ ਕਰਨੀ ਦਾ ਫਲ ਦੇਣਾ ਸੀ। ਉਹਦਾ ਦੋਸ਼ ਕੋਈ ਨਹੀਂ। ਉਸ ਵੇਲੇ ਉਹਦੀ ਲੱਤ ਦੇ ਵਿੱਚ ਇੱਕ ਗੋਲੀ ਮਾਰੀ ਜਾਂਦੀ ਹੈ, ਉਹ ਲਾਂਭੇ ਡਿੱਗਦੀ ਹੈ ਤੇ ਵੈਦਿਆ ਨੂੰ ਕਤਲ ਕੀਤਾ ਜਾਂਦਾ ਹੈ। ਹੁਣ ਖਿਆਲ ਕਰੋ, ਇਹ ਸਾਡੀ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਹਦੇ ਪਿੱਛੇ ਸਾਡਾ ਕਿਰਦਾਰ ਖੜਾ ਹੈ। ਉਹਦੇ ਤੋਂ ਬਾਅਦ ਦੁਸ਼ਮਣ ਦੀ ਪਤਨੀ ਚਿੱਠੀ ਲਿਖੀ ਜਾ ਰਹੀ ਹੈ ਜੇਲ੍ਹ ਦੇ ਵਿੱਚੋਂ ਭਾਈ ਸੁੱਖੇ ਤੇ ਭਾਈ ਜਿੰਦੇ ਵੱਲੋਂ ਵੈਦਿਆ ਦੀ ਪਤਨੀ ਨੂੰ, ਸਾਡੀ ਇਹ ਭੈਣੇ, ਸਾਡਾ ਤੇਰੇ ਨਾਲ ਕੋਈ ਮਜ਼ਹਬੀ ਵੈਰ ਨਹੀਂ, ਸਾਡਾ ਨਿਸ਼ਾਨਾ ਤੇਰਾ ਪਤੀ ਸੀ ਜਿਹਨੇ ਸਾਡੇ ਧਰਮ ਦੀ ਬੇਅਦਬੀ ਕੀਤੀ ਹੈ, ਜਿਹਨੇ ਸਾਡੇ ਤਖਤ ਨੂੰ ਢਾਇਆ। ਤੂੰ ਸਾਡੇ ਨਿਸ਼ਾਨੇ ਦੇ ਵਿੱਚ ਰਾਜ ਆ ਰਹੀ ਸੀ, ਇਸ ਕਰਕੇ ਤੈਨੂੰ ਜ਼ਖਮੀ ਕਰਕੇ ਲਾਂਭੇ ਕਰਨਾ ਪਿਆ। ਤੇਰੇ ਤੇ ਗੋਲੀ ਚਲਾਉਣਾ ਵੀ ਸਾਡਾ ਨਿਸ਼ਾਨਾ ਨਹੀਂ, ਅਸੀਂ ਖਿਮਾ ਦੇ ਜਾ ਚੁੱਕੇ। ਇਹ ਸਾਡਾ ਕਿਹੜਾ ਕਿਰਦਾਰ ਹੈ? ਇਹ ਸਾਡਾ ਉਹ ਕਿਰਦਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸੰਗਲਾਦੀਪ ਵਿਖੇ ਸਿਰਜਿਆ ਸੀ। ਜਦੋਂ ਰਾਜੇ ਸ਼ਿਵਨਾਭ ਦੀਆਂ ਰਾਣੀਆਂ ਗੁਰੂ ਨਾਨਕ ਸਾਹਿਬ ਦੇ ਇਖਲਾਕ ਨੂੰ ਪਰਖਣ ਵਾਸਤੇ ਆਈਆਂ ਸੀ ਨਾ, ਤੇ ਉਦੋਂ ਗੁਰੂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ? ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ। ਇਹ ਰਾਜਕੁਮਾਰ ਪੁੱਤਰੀਓ ਆਓ, ਪਰ ਜਿੰਨੇ ਤੁਸੀਂ ਕੀਮਤੀ ਗਹਿਣੇ ਦਾ ਸ਼ਿੰਗਾਰ ਆਪਣੇ ਤਨ ਤੇ ਕਰਕੇ ਆਈਆਂ ਹੋ, ਜੇਕਰ ਇੰਨੇ ਕੀਮਤੀ ਪਰਮਾਤਮਾ ਦੇ ਨਾਮ ਦਾ ਸ਼ਿੰਗਾਰ ਮਨ ਤੇ ਕੀਤਾ ਹੁੰਦਾ, ਸ਼ਾਇਦ ਪਰਮਾਤਮਾ ਨੂੰ ਪਾ ਲੈਂਦੀਆਂ। ਦਰਿਆ ਖੈਬਰ, ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸੀਮਾ ਦੇ ਵਿੱਚ 5 ਦਰੇ ਨੇ, ਦਰਿਆ ਨੂਰ, ਦਰਿਆ ਜ਼ਾਰ, ਦਰਿਆ ਵਾਲ, ਦਰਿਆ ਦਹੂਦ ਤੇ ਦਰਿਆ ਖੈਬਰ। ਇਹਨਾਂ 5 ਦਰਿਆਂ ਦੇ ਉੱਪਰ ਸਭ ਤੋਂ ਵੱਧ ਉਹਨਾਂ ਦਰਿਆਂ ਦੇ ਉੱਪਰ ਜੇਕਰ ਦਰਿਆ ਖੈਬਰ ਸੀ, ਤਾਂ ਅੱਜ ਤੱਕ ਇਹੋ ਜਿਹਾ ਦਰਿਆ ਹੈ ਜਿੱਥੇ ਅਮਰੀਕਾ ਨੂੰ ਵੀ ਕਬਜ਼ਾ ਕਰਨ ਦੇ ਵਾਸਤੇ ਡਰੋਨ ਹਮਲਿਆਂ ਦਾ ਜਿਹੜਾ ਹੈ ਉਹ ਆਸਰਾ ਲੈਣਾ ਪੈ ਰਿਹਾ। ਪਿੱਛੇ ਜੇ ਅਮਰੀਕਾ ਦੀ ਇੱਕ ਅਖਬਾਰ ਦੇ ਵਿੱਚ, ਟਿਟਬਿਟਸ ਅਖਬਾਰ ਦਾ ਨਾਂ ਹੈ, ਉਹਦੇ ਵਿੱਚ ਇੱਕ ਐਡੀਟੋਰੀਅਲ ਆਇਆ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਕਿਹੜਾ ਹੈ। ਕਿਸੇ ਨੇ ਚੰਗੇਜ਼ ਖਾਨ ਨੂੰ ਲਿਖਿਆ, ਕਿਸੇ ਨੇ ਨੈਪੋਲੀਅਨ ਨੂੰ ਲਿਖਿਆ, ਕਿਸੇ ਨੇ ਸਿਕੰਦਰ ਨੂੰ ਲਿਖਿਆ, ਕਿਸੇ ਨੇ ਕਿਸੇ ਦਾ ਨਾਂ ਲਿਆ। ਇਹਨਾਂ ਸਾਰੇ ਜਰਨੈਲਾਂ ਦਾ ਅਧਿਐਨ ਕਰਨ ਤੋਂ ਬਾਅਦ ਉਸ ਅਖਬਾਰ ਦਾ ਜਿਹੜਾ ਐਡੀਟਰ ਸੀ, ਉਹਨੇ ਇੱਕ ਐਡੀਟੋਰੀਅਲ ਛਾਪਿਆ। ਕਹਿੰਦਾ ਬੇਸ਼ੱਕ ਕਿਸੇ ਨੇ ਚੰਗੇਜ਼ ਖਾਨ ਨੂੰ ਦੁਨੀਆ ਦਾ ਜਰਨੈਲ ਕਿਹਾ, ਕਿਸੇ ਨੇ ਨੈਪੋਲੀਅਨ ਨੂੰ ਕਿਹਾ ਹੈ, ਕਿਸੇ ਨੇ ਸਿਕੰਦਰ ਨੂੰ ਕਿਹਾ ਹੈ, ਪਰ ਕਹਿੰਦਾ ਜੇਕਰ ਨਿਰਪੱਖਤਾ ਦੇ ਨਾਲ ਅਧਿਐਨ ਕਰਾਂ ਤਾਂ ਮੈਂ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹਰੀ ਸਿੰਘ ਨਲੂਏ ਨੂੰ ਮੰਨਦਾ। ਉਹਨੇ ਕਾਰਨ ਦੱਸਿਆ, ਕਹਿੰਦਾ ਕਿ ਇਹ ਦੁਨੀਆ ਦੇ ਜਿੰਨੇ ਵੀ ਜਰਨੈਲ ਨੇ, ਚਾਹੇ ਸਿਕੰਦਰ ਹੈ, ਚਾਹੇ ਚੰਗੇਜ਼ ਖਾਨ ਹੈ, ਚਾਹੇ ਨੈਪੋਲੀਅਨ ਹੈ, ਇਹ ਜਦੋਂ ਵੀ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਜਾਂਦੇ ਰਹੇ, ਦਰਿਆ ਖੈਬਰ ਤੇ ਜਾ ਕੇ ਪਠਾਣਾ ਤੋਂ ਹਾਰ ਖਾਂਦੇ ਰਹੇ ਨੇ, ਪਰ ਕਹਿੰਦਾ ਦੁਨੀਆ ਦਾ ਪਹਿਲਾ ਜਰਨੈਲ ਹੈ ਜਿਹਨੇ ਇੰਨੀ ਛੋਟੀ ਉਮਰ ਵਿੱਚ ਦਰਿਆ ਖੈਬਰ ਨੂੰ ਫਤਿਹ ਕੀਤਾ। ਦਰਿਆ ਖੈਬਰ ਨੂੰ ਜਦੋਂ ਦਾ ਫਤਿਹ ਕਰਤਾ ਹੈ, ਇਤਿਹਾਸ ਗਵਾਹ ਹੈ ਕਿ ਚੀਨ ਦੀ ਕੰਧ ਚੀਨ ਤੇ ਹੋਣ ਵਾਲੇ ਹਮਲਿਆਂ ਨੂੰ ਰੋਕ ਨਹੀਂ ਸਕੀ, ਪਰ ਜਦੋਂ ਤੋਂ ਦਰਿਆ ਖੈਬਰ ਤੇ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਹਰੀ ਸਿੰਘ ਨਲੂਏ ਨੇ ਚੜਾਤਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਵੀ ਹਮਲਾ ਉਸ ਰਸਤੇ ਨਹੀਂ ਹੋਇਆ। ਦਰਿਆ ਖੈਬਰ ਤੇ ਜਦੋਂ ਕਬਜ਼ਾ ਕੀਤਾ ਹਰੀ ਸਿੰਘ ਨਲੂਏ ਨੇ, ਤੇ ਉੱਥੋਂ ਦੇ ਪਠਾਨ ਦਾ ਬੇਟਾ ਨਾਸਰ ਖਾਨ ਦਾ ਬੇਟਾ ਗੁਲਫਾਮ ਜਦੋਂ ਪਤਾ ਲੱਗਾ ਕਿ ਹਰੀ ਸਿੰਘ ਨਲੂਆ ਚੜ੍ਹਾਈ ਕਰਦਾ ਆ ਰਿਹਾ ਹੈ, ਤੇ ਆਪਣੀ ਮੰਗੇਤਰ ਬਾਨੋ ਨੂੰ ਕਹਿੰਦਾ, ਬਾਨੋ ਛੇਤੀ ਘਰ ਛੱਡ, ਅਸੀਂ ਚਲੇ ਚੱਲੀਏ। ਕਹਿੰਦੀ ਕਿਉਂ? ਕਹਿੰਦਾ ਸਿੱਖਾਂ ਦਾ ਜਰਨੈਲ ਹਰੀਆ ਆ ਰਿਹਾ। ਹਰੀ ਸਿੰਘ ਨਲੂਏ ਨੂੰ ਹਰੀਆ ਕਿਹਾ ਜਾਂਦਾ ਸੀ। ਸਿੱਖਾਂ ਦਾ ਜਰਨੈਲ ਹਰੀਆ ਆ ਰਿਹਾ ਹਮਲਾ ਕਰਨ ਵਾਸਤੇ। ਕਹਿੰਦੀ ਗੁਲਫਾਮ, ਤੂੰ ਤੇ ਮੈਨੂੰ ਕਹਿੰਦਾ ਸੀ ਮੈਂ ਬਹੁਤ ਬਹਾਦਰ ਹੈ, ਮੇਰੇ ਤੀਰ ਕਮਾਨ ਚੋਂ ਛੱਡਿਆ ਤੀਰ ਜਿਹੜਾ ਹੈ ਉਹ ਵੈਰੀ ਦਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੰਦਾ ਹੈ। ਅੱਜ ਉਹ ਕਿਹੜਾ ਜਰਨੈਲ ਆ ਗਿਆ, ਤੂੰ ਕਹਿ ਰਿਹਾ ਕਿ ਛੇਤੀ ਘਰ ਚੋਂ ਭੱਜ, ਅਸੀਂ ਲੁਕ ਚੱਲੀਏ ਕਿਤੇ। ਕਹਿੰਦਾ ਨਹੀਂ, ਉਸ ਜਰਨੈਲ ਦੇ ਅੱਗੇ ਅਸੀਂ ਨਹੀਂ ਟਿਕ ਚੁੱਕੇ, ਅਸੀਂ ਉਹਦੇ ਸਾਹਮਣੇ ਨਹੀਂ ਟਿਕ ਸਕਾਂਗੇ, ਚੱਲ ਛੇਤੀ ਚੱਲ ਕਿਤੇ ਲੁਕ ਚੱਲੀਏ। ਇੱਕ ਪਹਾੜੀ ਕੰਧਰ 'ਚ ਜਾ ਕੇ ਲੁਕਦਾ ਹੈ। ਸਰਦਾਰ ਪੂਰਨ ਸਿੰਘ ਹੋਣਾ ਨੇ ਇਸ ਗਾਥਾ ਨੂੰ ਬੜਾ ਸੁੰਦਰ ਬਿਆਨ ਕੀਤਾ ਆਪਣੀ ਕਿਤਾਬ ਦੇ ਵਿੱਚ। ਪਹਾੜੀ ਕੰਧਰ ਦੇ ਵਿੱਚ ਲੁਕੀ ਹੋਈ ਉਸ ਜਰਨੈਲ ਦੀ ਮੰਗੇਤਰ ਬਾਨੋ ਤੇ ਜਰਨੈਲ ਗੁਲਫਾਮ ਖਾਨ ਆਪਸ 'ਚ ਗੱਲਾਂ ਕਰਦੇ ਨੇ। ਬਾਨੋ ਕਹਿੰਦੀ ਹੈ, ਕਹਿੰਦੀ ਗੁਲਫਾਮ, ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਂ ਛੋਟੀ ਹੁੰਦੀ ਸੋਚਦੀ ਸੀ ਕਿ ਮੈਂ ਉਸ ਮਰਦ ਦੇ ਨਾਲ ਨਿਕਾਹ ਕਰਾਉਣਾ ਹੈ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਬਹਾਦਰ ਹੋਵੇ, ਕਿਉਂਕਿ ਪਠਾਣਾ ਦੀ ਬੜੀ ਸੋਹਣੀ ਬੱਚੀ ਸੀ। ਪਰ ਕਹਿੰਦੀ ਮੈਂ ਤੈਨੂੰ ਬੜਾ ਬਹਾਦਰ ਸਮਝਦੀ ਸੀ, ਪਰ ਕਹਿੰਦੀ ਮੈਨੂੰ ਸ਼ਰਮ ਆ ਰਹੀ ਹੈ ਕਿ ਤੂੰ ਵੀ ਇੱਕ ਜਰਨੈਲ ਤੋਂ ਡਰਦਾ ਹੋਇਆ ਪਹਾੜ ਦੀ ਕੰਧਰ 'ਚ ਲੁਕਿਆ ਬੈਠਾ। ਕਹਿੰਦਾ ਬਾਨੋ ਹੌਲੀ ਬੋਲ, ਹਰੀ ਸਿੰਘ ਨਲੂਆ ਨਾ ਸੁਣਦਾ ਵੀ ਉੱਤੋਂ ਬਹੁਤ ਡਰ ਆਉਂਦਾ ਹੈ। ਕਹਿੰਦੀ ਫਿਰ ਮੈਂ ਤੇਰੇ ਨਾਲ ਨਿਕਾਹ ਨਹੀਂ ਕਰਨਾ,
मैं तो हरी सिंह नलूए ਨੂੰ ਵੇਖਣਾ ਚਾਹੁੰਦੀ ਹਾਂ। ਉਹ ਕਹਿੰਦਾ ਪਰਾਈ ਕੌਮ ਦਾ ਸਰਦਾਰ ਹੈ, ਪਤਾ ਨਹੀਂ ਤੇਰਾ ਕੀ ਹਾਲ ਕਰੇਗਾ। ਕਹਿੰਦੀ ਜੋ ਮਰਜ਼ੀ ਕਰ ਦੇਵੇ, ਪਰ ਮੈਂ ਅੱਜ ਇਹ ਵੇਖਣਾ ਹੈ ਕਿ ਆਪਣੇ ਆਪ ਨੂੰ ਪਠਾਨਾਂ ਦਾ ਸਭ ਤੋਂ ਵੱਡਾ ਜਰਨੈਲ ਕਹਿਣ ਵਾਲਾ ਗੁਲਫਾਮ ਖਾਨ, ਜਿਸ ਪਠਾਨ ਹਰੀ ਸਿੰਘ ਨਲੂਏ ਤੋਂ ਡਰਦਾ, ਮੈਂ ਵੇਖਣਾ ਕਿ ਉਹ ਪਠਾਨ ਕਿਹੜਾ ਹੈ। ਆਪਣੇ ਮੰਗੇਤਰ ਦੀ ਬਾਂਹ ਛਡਾ ਕੇ ਉਸ ਸ਼ਮਿਆਨੇ ਦੇ ਵਿੱਚ ਗਈ ਜਿੱਥੇ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਬੈਠਾ ਸੀ। ਸਾਹਮਣੇ ਜਾ ਕੇ ਖੜ ਗਈ। ਕੌਮ ਦਾ ਜਰਨੈਲ ਨਿਤਨੇਮ ਕਰ ਰਿਹਾ ਸੀ, ਅੱਖਾਂ ਬੰਦ ਸੀ। ਨਿਤਨੇਮ ਕਰਨ ਤੋਂ ਬਾਅਦ ਨੇਤਰ ਖੋਲ੍ਹੇ। ਨੇਤਰ ਖੋਲ੍ਹਣ ਤੋਂ ਬਾਅਦ ਉਸਨੇ ਉਸ ਪਠਾਨ ਦੀ ਬੱਚੀ ਵੱਲ ਤੱਕਿਆ ਤੇ ਹਰੀ ਸਿੰਘ ਨਲੂਏ ਨੇ ਕਿਹਾ, ਆ ਬੇਟਾ ਕਿਸ ਕੰਮ ਵਾਸਤੇ ਆਈ ਹੈ? ਉਸ ਪਠਾਨ ਦੀ ਬੱਚੀ ਨੇ ਪਹਿਲਾ ਸਵਾਲ ਕੀਤਾ, ਤੁਸੀਂ ਕੌਣ ਹੋ? ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ, ਬੇਟਾ ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ ਹਾਂ। ਉਸਨੇ ਦੂਜਾ ਸਵਾਲ ਕੀਤਾ, ਤੁਸੀਂ ਸਾਡੇ ਘਰ ਤੇ ਕਬਜ਼ਾ ਕਿਉਂ ਕੀਤਾ? ਕੌਮ ਦੇ ਜਰਨੈਲ ਨੇ ਜਵਾਬ ਦਿੱਤਾ, ਬੇਟਾ ਅਸੀਂ ਕਿਸੇ ਦੇ ਘਰ ਤੇ ਕਬਜ਼ਾ ਨਹੀਂ ਕੀਤਾ, ਨਾ ਹੀ ਸਾਡੇ ਮਨ ਦੇ ਵਿੱਚ ਕਿਸੇ ਕੌਮੀਅਤ ਨੂੰ ਤਬਾਹ ਕਰਕੇ ਕਬਜ਼ਾ ਕਰਨ ਦੀ ਭਾਵਨਾ ਹੈ। ਅਸੀਂ ਤਾਂ ਆਪਣੇ ਘਰ ਦੀ ਰਾਖੀ ਕਰਦੀ ਹੈ। ਤੀਸਰਾ ਸਵਾਲ, ਕਹਿੰਦੀ ਕਿ ਤੂੰ ਇੰਨਾ ਬਹਾਦਰ, ਇੰਨਾ ਸੋਹਣਾ, ਇੰਨਾ ਦਲੇਰ ਹੈ, ਮੈਂ ਚਾਹੁੰਦੀ ਹਾਂ ਮੇਰੀ ਕੁੱਖ 'ਚੋਂ ਤੇਰੇ ਵਰਗਾ ਪੁੱਤਰ ਜਨਮ ਲਵੇ। ਕੌਮ ਦੇ ਜਰਨੈਲ ਦਾ ਜਵਾਬ ਹੈ, ਇਹ ਬੇਟਾ ਆਪਣੇ ਖੁਦਾਵੰਦ ਕਰੀਮ ਦੇ ਅੱਗੇ ਅਰਦਾਸ ਕਰਿਆ ਕਰ, ਦੁਆ ਕਰਿਆ ਕਰ ਕਿ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ, ਚੰਗੇ ਇਖਲਾਕ ਦਾ ਮਾਲਕ ਹੋਵੇ। ਕਹਿੰਦੀ ਸਿੱਖਾਂ ਦਾ ਜਰਨੈਲਾ, ਤੂੰ ਸਮਝਿਆ ਨਹੀਂ, ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਨਿਕਾਹ ਕਰ ਲਵੇਂ ਤੇ ਮੇਰੀ ਕੁੱਖ 'ਚੋਂ ਤੇਰਾ ਪੁੱਤਰ ਜਨਮ ਲਵੇ। ਹਰੀ ਸਿੰਘ ਨਲੂਏ ਨੇ ਸ਼ਮਸ਼ੀਰ ਨੂੰ ਬੇਮਿਆਨ ਕੀਤਾ, ਥੋੜਾ ਗੁੱਸੇ 'ਚ ਆ ਗਿਆ। ਕਹਿੰਦਾ ਇੱਥੋਂ ਬਾਹਰ ਨਿਕਲ ਜਾ, ਪਠਾਨ ਦੀ ਇਹ ਬੱਚੀ ਹੈ, ਤੂੰ ਇੱਕ ਸਿੱਖ ਕੌਮ ਦੇ ਜਰਨੈਲ ਦੇ ਇਖਲਾਕ ਨੂੰ ਪਰਖਣ ਵਾਸਤੇ ਆਈ ਹੈ, ਬਾਹਰ ਨਿਕਲ ਜਾ। ਬਾਹਰ ਜਾਂਦੀ ਹੈ ਪਠਾਨ ਦੀ ਬੱਚੀ, ਪਠਾਨ ਬਾਨੋ, ਅੱਖਾਂ ਦੇ ਵਿੱਚ ਹੰਝੂ ਨੇ, ਇੱਕ ਵਾਰੀ ਪਿੱਛੇ ਮੁੜ ਕੇ ਵੇਖਦੀ ਹੈ। ਕਹਿੰਦੀ ਉਹ ਸਿੱਖਾਂ ਦਾ ਜਰਨੈਲਾ, ਮੈਂ ਸੁਣਿਆ ਸੀ ਆਪਣੇ ਵਡੇਰਿਆਂ ਦੇ ਕੋਲੋਂ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਝੋਲੀ ਲੈ ਕੇ ਨਹੀਂ ਮੁੜਦਾ, ਪਰ ਇਹ ਵੀ ਇਤਿਹਾਸ ਦੇ ਵਿੱਚ ਇੱਕ ਵੱਖਰੀ ਘਟਨਾ ਹੋਵੇਗੀ ਕਿ ਇੱਕ ਪਠਾਨ ਦੀ ਬੱਚੀ ਗੁਰੂ ਨਾਨਕ ਦੇ ਦਰ ਦੇ ਜਰਨੈਲ ਦੇ ਕੋਲੋਂ ਖਾਲੀ ਝੋਲੀ ਮੁੜ ਰਹੀ ਹੈ। ਕਹਿੰਦਾ ਬੇਟਾ ਠਹਿਰ ਜਾ। ਰੁਕ ਗਈ। ਨੇੜੇ ਪਈ ਇੱਕ ਚਾਦਰ ਨੂੰ ਉਹਦੇ ਸਿਰ ਤੇ ਰੱਖ ਕੇ ਕਹਿੰਦਾ, ਬਾਨੋ ਤੂੰ ਚਾਹੁੰਦੀ ਸੀ ਨਾ ਤੇਰੀ ਕੁੱਖ ਦੇ ਵਿੱਚੋਂ ਹਰੀ ਸਿੰਘ ਨਲੂਏ ਵਰਗਾ ਜਰਨੈਲ ਜਨਮ ਲਵੇ, ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਹਰੀ ਸਿੰਘ ਨਲੂਆ ਹੀ ਤੇਰਾ ਪੁੱਤਰ ਹੈ। ਇੰਨਾ ਵੱਡਾ ਇਖਲਾਕ ਜਿਹੜਾ ਅਸੀਂ ਯੁੱਧ ਦੇ ਦੌਰਾਨ ਵੀ ਸਿਰਜਿਆ। ਇਸੇ ਇਤਿਹਾਸਕ ਮੁਲੰਘਣ ਦੇ ਵਿੱਚ ਇਹ ਵੀ ਭਾਨੂਮਤੀ ਵੈਦਿਆ ਨੂੰ ਚਿੱਠੀ ਲਿਖਣੀ ਵੀ ਸਾਡੇ ਉਸ ਕਿਰਦਾਰ ਦਾ ਸਿਖਰ ਸੀ ਕਿ ਅਸੀਂ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਦਾ ਸਤਿਕਾਰ ਵੀ ਕਰਦੇ ਹਾਂ। ਸਾਡੀਆਂ 4 ਲੜਾਈਆਂ ਨੂੰ ਨਾਸਰ ਖਾਨ ਦੇ ਇੱਕ ਉਸਤਾਦ ਕਲਾਤ ਸ਼ਹਿਰ ਦੇ ਰਹਿਣ ਵਾਲੇ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ। ਉਹ ਕਹਿੰਦਾ ਹੈ ਕਿ ਸਿੱਖ ਜਿਹੜੇ ਨੇ ਉਹ ਆਪਣੀ ਸਾਰੀ ਰਚਨਾ 'ਚ ਸਾਨੂੰ ਕੁੱਤੇ ਲਿਖਦਾ ਹੈ, ਪਰ ਅਖੀਰ ਤੇ ਜਾ ਕੇ ਜਦੋਂ ਉਹ ਬੱਚਿਆਂ ਨੂੰ ਪੜ੍ਹਾ ਰਿਹਾ ਹੁੰਦਾ ਹੈ, ਉਹ ਇੱਕ ਗੱਲ ਲਿਖਦਾ ਹੈ, ਕਹਿੰਦਾ ਸਗਾਰਾ ਮਗੋ ਸਾਕੇ ਹਸਤੰਦ ਸ਼ੇਰ ਬਾ ਮਾਦਾਨੇ ਮਰਦਾਂ ਚੋਂ ਸ਼ੇਰਾਂ ਦਲੇਰ। ਕਹਿੰਦਾ ਬੇਸ਼ੱਕ ਮੈਂ ਸਿੱਖਾਂ ਨਾਲ ਨਫ਼ਰਤ ਕਰਦਾ, ਮੈਂ ਆਪਣੀ ਸਾਰੀ ਰਚਨਾ 'ਚ ਇਹਨਾਂ ਨੂੰ ਕੁੱਤੇ ਲਿਖਿਆ ਕਿਉਂਕਿ ਮੈਂ ਧਾਰਮਿਕ ਤੌਰ ਤੇ ਇਹਨਾਂ ਨੂੰ ਨਫ਼ਰਤ ਕਰਦਾ, ਪਰ ਕਹਿੰਦਾ ਜੇ ਮੈਂ ਇਨਸਾਫ ਨਾਲ, ਇਮਾਨਦਾਰੀ ਦੇ ਨਾਲ ਇਹਨਾਂ ਦੀਆਂ ਲੜਾਈਆਂ ਦਾ ਅਧਿਐਨ ਕਰਾਂ ਨਾ, ਸਗਾਰਾ ਮਗੋ ਸਾਕੇ ਹਸਤੰਦ ਸ਼ੇਰ ਬਾ ਮਾਦਾਨੇ ਮਰਦਾਂ ਚੂ ਸ਼ੇਰਾਂ ਦਲੇਰ। ਕਹਿੰਦਾ ਮੈਦਾਨੇ ਜੰਗ ਦੇ ਵਿੱਚ ਇਹ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨੇ। ਤੇ ਕਹਿੰਦਾ ਇਹਨਾਂ ਦੀ ਦਲੇਰੀ ਦਾ ਰਾਜ ਪਤਾ ਕੀ ਹੈ ਕਿ ਜਨਗਰ ਜਵਾਂ ਅਸਤ ਵਾਂ ਅਸਤ ਪੀਰ ਬਗੋ ਸੰਗ ਬੁੜੀਆ ਬਰੋ ਗੋਸ਼ਾਗੀਰ। ਜਦੋਂ ਇਹ ਮੈਦਾਨੇ ਜੰਗ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਨਿਕਲਦੇ ਨੇ ਨਾ, ਇਹਨਾਂ ਦੇ ਸਾਹਮਣੇ ਦੁਸ਼ਮਣ ਦੀ ਔਰਤ ਵੀ ਆ ਜਾਵੇ, ਉਹਨੂੰ ਬੀਬੀ ਜੀ ਕਹਿ ਕੇ ਸਤਿਕਾਰ ਕਰਦੇ ਨੇ, ਉਹਦੇ ਤੇ ਵਾਰ ਨਹੀਂ ਕਰਦੇ। ਤੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਸਾਡੇ ਉਸ ਇਤਿਹਾਸਕ ਮੁਲੰਕਣ ਦੇ ਵਿੱਚ ਸਿੱਖ ਕਿਰਦਾਰ ਨੂੰ ਵੀ ਸਿਰਜਿਆ ਹੈ। ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸ ਕਿਰਦਾਰ ਨੂੰ, ਉਹਨਾਂ ਸ਼ਹੀਦਾਂ ਦੀਆਂ ਇਸ ਕਿਰਦਾਰਮਈ ਸ਼ਹੀਦੀਆਂ ਤੇ ਉਹਨਾਂ ਦੇ ਸਤਿਕਾਰ ਨੂੰ ਬਹਾਲ ਕਰੀਏ, ਕਿਉਂਕਿ ਸੱਭਿਆਚਾਰ ਦੇ ਨਾਮ ਦੇ ਹੇਠ ਨਾ ਅੱਜ ਸਾਡਾ ਵਿਰਸਾ ਬਰਬਾਦ ਹੋ ਰਿਹਾ ਹੈ। ਇਹ ਠੀਕ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਸੱਭਿਆਚਾਰ ਦੇ ਨਾਲ ਜੁੜੇ ਹੋਏ ਹਾਂ, ਜਾਂ ਸਾਡੇ ਮਨ ਅੰਦਰ ਧਰਮ ਦੀ ਚੇਤਨਤਾ ਵੀ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹਦਾ ਨੁਕਸਾਨ ਹੋ ਰਿਹਾ ਹੈ, ਉਹ ਗਰਕ ਹੋ ਰਹੀ ਹੈ। ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਦੀ ਅਮਰੀਕਾ ਦੇ ਵਿੱਚ ਰੈੱਡ ਇੰਡੀਅਨਸ, ਜਾਂ ਆਸਟ੍ਰੇਲੀਆ ਦੇ ਵਿੱਚ ਅਬਰੇਜ਼ਨ, ਜਾਂ ਨਿਊਜ਼ੀਲੈਂਡ ਦੇ ਵਿੱਚ ਮੌਰੀਅਨ, ਜਿਸ ਤਰ੍ਹਾਂ ਕਬੀਲੇ ਖਤਮ ਕੀਤੇ ਗਏ, ਅੱਜ ਸਿੱਖ ਕੌਮ ਨੂੰ ਵੀ ਉਹੋ ਜਿਹੀਆਂ ਸਮੱਸਿਆਵਾਂ ਦਰਪੇਸ਼ ਨੇ। ਪਰ ਉਹਨਾਂ ਸਮੱਸਿਆਵਾਂ ਦੇ ਸਾਹਮਣੇ ਸਾਨੂੰ ਆਪਣੇ ਇਖਲਾਕ ਨੂੰ ਵੀ ਵਾਚਣਾ ਪਵੇਗਾ ਕਿ ਕਦੀ ਕਾਜ਼ੀ ਨੂਰ ਮੁਹੰਮਦ ਵਰਗਾ ਸਿੱਖਾਂ ਦਾ ਵਿਰੋਧੀ ਇਹ ਗੱਲ ਕਹਿ ਰਿਹਾ ਹੈ ਕਿ ਇਹ ਕੌਮ ਮੈਦਾਨੇ ਜੰਗ ਦੇ ਵਿੱਚ ਵੀ ਦੁਸ਼ਮਣ ਦੀ ਮਾਂ ਬੇਟੀ ਨੂੰ ਆਪਣੀ ਮਾਂ ਬੇਟੀ ਸਮਝਦੀ ਹੈ,